ਪਿਆਰੇ ਵਿਦਿਆਰਥੀਓ, ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੀ ਪੰਜਾਬੀ ਦੀ ਵਿਆਕਰਨ ਦੀ ਪੁਸਤਕ ਗਿਆਨ ਰਿਸ਼ਮਾ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਵਿੱਚ ਦਰਜ ਲੇਖ ਵੈਸ਼ਵਿਕ ਮਹਾਮਾਰੀ ਕੋਵਿਡ-19 ਦੇ ਬਾਰੇ ਵਿੱਚ ਪੜ੍ਹਾਂਗੇ। ਪਰ ਬੱਚੇ, ਲੇਖ ਪੜ੍ਹਨ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਲੇਖ ਨੂੰ ਕਿਸ ਤਰ੍ਹਾਂ ਲਿਖਣਾ ਚਾਹੀਦਾ ਹੈ, ਭਾਵ ਕਿ ਇੱਕ ਚੰਗੇ ਲੇਖ ਦੇ ਜਿਹੜੇ ਗੁਣ ਨੇ ਉਹ ਕਿਹੜੇ-ਕਿਹੜੇ ਹੁੰਦੇ ਹਨ। ਸਭ ਤੋਂ ਪਹਿਲਾਂ ਕਿ ਵਿਸ਼ੇ ਦੇ ਬਾਰੇ ਵਿੱਚ ਜਿਹੜੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਇੱਕ ਚੰਗੇ ਲੇਖ ਦੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਉਸਦੇ ਵਿਸ਼ੇ ਦੀ ਜਿਹੜੀ ਕਿ ਲੇਖ ਦੇ ਵਿੱਚ ਜਿਸ ਦੇ ਬਾਰੇ ਵਿੱਚ ਪੁੱਛਿਆ ਗਿਆ ਹੈ ਉਸ ਦੀ ਜਿਹੜੀ ਪੂਰੀ ਜਾਣਕਾਰੀ ਉਹ ਤੁਹਾਨੂੰ ਹੋਣੀ ਚਾਹੀਦੀ ਹੈ ਅਤੇ ਵਧੀਆ ਤਰਤੀਬ ਕੇ ਵਧੀਆ ਤਰੀਕੇ ਦੇ ਨਾਲ ਜਿਹੜਾ ਲੇਖ ਹੈ ਉਹ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਆਦ ਮੱਧ ਅਤੇ ਅੰਤ ਕੇ ਲੇਖ ਦਾ ਜਿਹੜਾ ਆਦ ਹੈ, ਸਟਾਰਟਿੰਗ ਹੈ, ਉਸ ਦਾ ਜਿਹੜਾ ਮੱਧ ਹੈ ਅਤੇ ਅੰਤ ਹੈ, ਉਸ ਦੇ ਵਿੱਚ ਵੀ ਜਿਹੜੀ ਰੌਚਕਤਾ ਅਤੇ ਸ਼ਕਤੀਸ਼ਾਲੀ ਪ੍ਰਭਾਵ ਜਿਹੜਾ ਉਹ ਹੋਣਾ ਚਾਹੀਦਾ ਹੈ ਕਿ ਜਿਹੜਾ ਲੇਖ ਹੈ ਉਸ ਨੂੰ ਲਿਖਣ ਦੇ ਸਮੇਂ ਜਿਹੜਾ ਹੈਗਾ ਹੈ ਤੁਹਾਨੂੰ ਉਸ ਨੂੰ ਜਿਹੜਾ ਹੈਗਾ ਇੱਕ ਵਧੀਆ ਜਿਹੜਾ ਵਿਸ਼ੇ ਦੇ ਤੌਰ 'ਤੇ ਪੇਸ਼ ਕੀਤਾ ਜਾਣਾ ਚਾਹੀਦਾ। ਅਤੇ ਲੇਖ ਦੇ ਵਿੱਚ ਜਿਹੜੇ ਵਿਚਾਰ ਨੇ ਤੁਸੀਂ ਉਸ ਜਿਹੜਾ ਹੈਗਾ ਐਸੇ ਉਸ ਦੇ ਬਾਰੇ ਵਿੱਚ ਜਿਹੜੇ ਵਿਚਾਰ ਪੇਸ਼ ਕਰ ਰਹੇ ਹੋ ਉਹ ਵਾਰ-ਵਾਰ ਨਹੀਂ ਆਉਣੇ ਚਾਹੀਦੇ, ਭਾਵ ਕਿ ਰਿਪੀਟ ਨਹੀਂ ਹੋਣੇ ਚਾਹੀਦੇ ਕਿ ਜਿਹੜੀ ਗੱਲ ਤੁਸੀਂ ਪਹਿਲਾਂ ਲਿਖ ਦਿੱਤੀ ਹੈ ਉਸ ਨੂੰ ਦੁਬਾਰਾ ਜਿਹੜਾ ਹੈਗਾ ਹੈ ਉਹੀ ਸ਼ਬਦ ਦੁਬਾਰਾ ਨਹੀਂ ਲਿਖਣੇ ਚਾਹੀਦੇ। ਅਤੇ ਇਸ ਲਈ ਜਿਹੜਾ ਇਹ ਦੁਹਰਾਓ ਤੋਂ ਬਚਣਾ ਚਾਹੀਦਾ ਹੈ ਕਿ ਜਿਹੜਾ ਵਰਡ ਨੇ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਚਾਹੀਦਾ। ਸ਼ਬਦ ਜੋੜ ਦੀ ਜਿਹੜੀ ਸ਼ੁੱਧਤਾ ਅਤੇ ਭਾਸ਼ਾ ਦੀ ਸਰਲਤਾ ਕਿ ਜਿਹੜੇ ਸ਼ਬਦ ਜੋੜ ਨੇ ਉਹ ਸ਼ਬਦ ਜੋੜ ਅਤੇ ਸਰਲ ਭਾਸ਼ਾ ਜਿਹੜੀ ਹੈ ਇੱਕ ਵੱਡਾ ਜਿਹੜਾ ਗੁਣ ਹੁੰਦਾ ਹੈ। ਛੋਟੇ ਛੋਟੇ ਪਰ ਭਾਵਪੂਰਨ ਵਾਕ ਜਿਹੜੇ ਹੈਗੇ ਉਹਨਾਂ ਦੀ ਵਰਤੋਂ ਲੇਖ ਨੂੰ ਜਿਹੜੀ ਉਹ ਸੋਹਣਾ ਬਣਾਉਂਦੀ ਹੈ, ਭਾਵ ਕਿ ਚਾਹੇ ਜਿਹੜੇ ਤੁਹਾਡੇ ਸ਼ਬਦ ਨੇ ਉਹ ਛੋਟੇ ਹੋਣ ਪਰ ਉਹਨਾਂ ਦਾ ਜਿਹੜਾ ਹੈਗਾ ਕੋਈ ਅਰਥ ਜਿਹੜਾ ਉਹ ਹੋਣਾ ਚਾਹੀਦਾ ਹੈ। ਵਿਸ਼ਰਾਮ ਚਿੰਨ੍ਹ ਕੇ ਤੁਹਾਨੂੰ ਸ਼ੁੱਧ ਲਿਖਾਈ ਦੇ ਲਈ ਜਿਹੜੇ ਹੈਗੇ ਆ ਲੋੜ ਅਨੁਸਾਰ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਹੈ। ਛੋਟੇ ਛੋਟੇ ਪੈਰੇ ਕਿ ਤੁਹਾਨੂੰ ਜਿਹੜਾ ਐਸੇ ਉਹ ਛੋਟੇ ਛੋਟੇ ਪੈਰਿਆਂ ਦੇ ਵਿੱਚ ਲਿਖਣਾ ਚਾਹੀਦਾ ਹੈ, ਭਾਵ ਕਿ ਉਸਦੀ ਹੈਡਿੰਗ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਤਾਂ ਇਸ ਦੇ ਨਾਲ ਜਿਹੜਾ ਐਸੇ ਤੁਸੀਂ ਲਿਖਦੇ ਹੋ, ਲੇਖ ਲਿਖਦੇ ਹੋ ਤਾਂ ਉਹ ਸੋਹਣਾ ਲੱਗਦਾ ਹੈ। ਤਾਂ ਪੈਰੇ ਦੇ ਵਿੱਚ ਜਿਹੜਾ ਲੇਖ ਹੈ ਉਹ ਲਿਖਣਾ ਚਾਹੀਦਾ ਹੈ ਕਿ ਲੇਖ ਛੋਟੇ ਛੋਟੇ ਪੈਰਿਆਂ ਵਿੱਚ ਹੋਣਾ ਚਾਹੀਦਾ ਹੈ ਕਿ ਪਹਿਲਾਂ ਹੀ ਜਿਹੜੀ ਹੈਡਿੰਗ ਹੈ ਉਹ ਤੁਸੀਂ ਲਿਖ ਦਿਓ ਕਿ ਇਸ ਪੈਰੇ ਦੇ ਵਿੱਚ ਅਸੀਂ ਇਸ ਬਾਰੇ ਜਿਹੜੀ ਹੈਗੀ ਗੱਲ ਕਰਨ ਜਾ ਰਹੇ ਹਾਂ ਅਤੇ ਹਰ ਪੈਰੇ ਵਿੱਚ ਵੱਖਰਾ ਵਿਚਾਰ ਜਿਹੜਾ ਉਹ ਹੋਣਾ ਚਾਹੀਦਾ ਹੈ, ਪਰ ਵੱਖ-ਵੱਖ ਪੈਰੇ ਆਪਸ ਵਿੱਚ ਸੰਬੰਧਿਤ ਹੋਣੇ ਚਾਹੀਦੇ ਹਨ। ਅਤੇ ਲੇਖ ਦਾ ਆਕਾਰ ਹੈ ਜਿਹੜਾ ਬੱਚੇ ਉਹ ਤੁਹਾਡੇ ਜਿਹੜਾ ਹੈਗਾ ਹੈ ਲੇਖ ਦੇ ਸ਼ਬਦਾਂ ਦੀ ਗਿਣਤੀ ਦੇ ਉੱਪਰ ਡਿਪੈਂਡ ਕਰਦਾ ਹੈ। ਜਾਂ ਤਾਂ ਜਿਹੜੀ ਗਿਣਤੀ ਹੈ ਉਹ ਹੁੰਦੀ ਹੈ ਕਿ 150 ਸ਼ਬਦਾਂ ਦੇ ਵਿੱਚ ਜਿਹੜਾ ਐਸੇ ਉਹ ਲਿਖਣਾ ਚਾਹੀਦਾ ਹੈ, ਅਤੇ ਜਾਂ ਫਿਰ ਜੇਕਰ ਐਸੇ ਦੀ ਜਿਹੜੀ ਲੈਂਥ ਹੈ ਉਹ ਜ਼ਿਆਦਾ ਜਿਹੜੀ ਹੁੰਦੀ ਹੈ ਤਾਂ ਉਸ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਹੈ 250 ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਜਿਹੜਾ ਐਸੇ ਉਹ ਲਿਖਣ ਦੇ ਲਈ ਕਿਹਾ ਜਾਂਦਾ ਹੈ। ਅਤੇ ਹੁਣ ਬੱਚੇ ਤੁਹਾਡੀ ਬੁੱਕ ਦੇ ਉੱਪਰ ਪੇਜ ਨੰਬਰ 226 ਦੇ ਉੱਪਰ ਲੇਖ ਨੰਬਰ 22 ਵੈਸ਼ਵਿਕ ਮਹਾਮਾਰੀ ਕੋਵਿਡ-19, ਭਾਵ ਕਿ ਜਿਹੜਾ ਐਸੇ ਉਹ ਕਰੋਨਾ ਦੇ ਬਾਰੇ ਵਿੱਚ ਹੈ ਕਿ ਕਰੋਨਾ ਦੀ ਜਿਹੜੀ ਮਹਾਮਾਰੀ ਹੈ ਪੂਰੇ ਸੰਸਾਰ ਦੇ ਵਿੱਚ ਫੈਲੀ ਹੋਈ ਹੈ। ਨੁਕਤੇ, ਭਾਵ ਕਿ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਜਿਹੜੇ ਛੋਟੇ ਛੋਟੇ ਪੈਰੇ ਨੇ ਉਹ ਕਿਸ ਤਰ੍ਹਾਂ ਬਣਾਉਣੇ ਨੇ ਕਿ ਉਸਦੀ ਹੈਡਿੰਗ ਜਿਹੜੀ ਉਹ ਦਿੱਤੀ ਗਈ ਹੈ। ਫਸਟ ਜਿਹੜਾ ਹੋਏਗਾ ਵੈਸ਼ਵਿਕ ਮਹਾਮਾਰੀ ਦਾ ਅਰਥ। ਵੈਸ਼ਵਿਕ ਮਹਾਮਾਰੀ ਦਾ ਅਰਥ ਹੈ ਇੱਕ ਅਜਿਹੀ ਬਿਮਾਰੀ ਤੋਂ ਹੁੰਦਾ ਹੈ ਬੱਚੇ ਜਿਸ ਦੇ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਵੈਸ਼ਵਿਕ ਮਤਲਬ ਕਿ ਪੂਰੇ ਸੰਸਾਰ ਦੇ ਵਿੱਚ ਇਹ ਜਿਹੜੀ ਇਹ ਮਹਾਮਾਰੀ ਹੈ, ਇਹ ਬਿਮਾਰੀ ਹੈ ਉਹ ਫੈਲੀ ਹੋਈ ਹੈ। ਤਾਂ ਅਜਿਹੀ ਬਿਮਾਰੀ ਕੀ ਹੈ ਹਰ ਥਾਂ ਹਰ ਦੇਸ਼ ਵਿੱਚ ਫੈਲ ਸਕਦੀ ਹੈ ਕਿ ਇਹ ਜਿਹੜੀ ਬਿਮਾਰੀ ਹੈ ਇਹ ਹਰ ਥਾਂ 'ਤੇ ਅਤੇ ਹਰ ਦੇਸ਼ ਦੇ ਵਿੱਚ ਫੈਲ ਸਕਦੀ ਹੈ ਅਤੇ ਇਸ ਦੇ ਫੈਲਣ ਦੇ ਜਿਹੜੇ ਕੀ ਆ ਬਹੁਤ ਸਾਰੇ ਕਾਰਨ ਹੁੰਦੇ ਹਨ। ਆਦਿ ਕਾਲ ਤੋਂ ਹੀ, ਆਦਿ ਕਾਲ ਦਾ ਬੱਚੇ ਮਤਲਬ ਹੈ
ਕਿ ਪਹਿਲੇ ਸਮਿਆਂ ਤੋਂ ਹੀ, ਪੁਰਾਣੇ ਸਮਿਆਂ ਤੋਂ ਹੀ ਜਿਹੜਾ ਹੈਗਾ ਸਮੇਂ-ਸਮੇਂ ਸਾਰੇ ਸੰਸਾਰ ਵਿੱਚ ਅਣਗਿਣਤ ਮਤਲਬ ਬਹੁਤ ਸਾਰੀਆਂ ਜਿਹੜੀਆਂ ਮਹਾਂਮਾਰੀਆਂ ਨੇ ਉਹ ਫੈਲਦੀਆਂ ਰਹੀਆਂ ਹਨ ਅਤੇ ਜਿਨ੍ਹਾਂ ਨਾਲ ਬਹੁਤ ਸਾਰੇ ਲੋਕਾਂ ਦੀ ਜਿਹੜੀ ਮੌਤ ਹੈ ਉਹ ਹੋ ਜਾਂਦੀ ਸੀ। ਕਿ ਪਹਿਲੇ ਸਮਿਆਂ ਤੋਂ ਹੀ ਸਮੇਂ ਸਿਰ ਕਿ ਸਾਰੇ ਸੰਸਾਰ ਦੇ ਵਿੱਚ ਜਿਹੜੀਆਂ ਇਹ ਬਹੁਤ ਸਾਰੀਆਂ ਮਹਾਂਮਾਰੀਆਂ ਜਿਹੜੀਆਂ ਉਹ ਫੈਲਦੀਆਂ ਸਨ ਤਾਂ ਜਿਨ੍ਹਾਂ ਦੇ ਕਰਕੇ ਜਿਹੜੀ ਹੈਗੀ ਆ ਲੋਕਾਂ ਦੀ ਮੌਤ ਹੋ ਜਾਂਦੀ ਸੀ। ਤਾਂ ਹੁਣ ਜਿਹੜੀ ਹੈਗੀ ਆ ਸਾਰੇ ਸੰਸਾਰ ਦੇ ਵਿੱਚ ਕਰੋਨਾ ਨਾਮ ਦੀ ਮਹਾਂਮਾਰੀ ਜਿਹੜੀ ਹੈ ਉਹ ਫੈਲੀ ਹੋਈ ਹੈ। ਕੋਵਿਡ-19 ਦੀ ਸ਼ੁਰੂਆਤ ਕੋਵਿਡ-19 ਇੱਕ ਅਜਿਹੀ ਮਹਾਂਮਾਰੀ ਹੈ ਜਿਸ ਦੀ ਸ਼ੁਰੂਆਤ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਿਮਾਰੀ ਹੈ ਜਿਹੜੀ ਉਹ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ। ਕਿ ਮੰਨਿਆ ਜਾਂਦਾ ਹੈ ਕਿ ਜਿਹੜੀ ਇਹ ਬਿਮਾਰੀ ਹੈ ਉਹ ਚਾਈਨਾ ਤੋਂ ਸ਼ੁਰੂ ਹੋਈ, ਪਰ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਇਸ ਸ਼ਹਿਰ ਵਿੱਚ ਹੀ ਜਿਹੜੇ ਕਰੋਨਾ ਦੇ ਮਰੀਜ਼ ਮਿਲੇ। ਪਰ ਜਿਹੜੇ ਸਿਹਤ ਵਿਗਿਆਨੀ ਨੇ ਉਹ ਹਜੇ ਵੀ ਇਸ ਦੇ ਕਾਰਨ ਤੇ ਕਿਵੇਂ ਸ਼ੁਰੂ ਹੋਈ ਇਸ ਦੇ ਬਾਰੇ ਵਿੱਚ ਜਿਹੜਾ ਹੈਗਾ ਆਪਸੀ ਸਹਿਮਤੀ ਉਹ ਨਹੀਂ ਬਣਾ ਸਕੇ ਕਿ ਇਹ ਜਿਹੜੀ ਬਿਮਾਰੀ ਉਹ ਕਿਸ ਕਾਰਨ ਤੇ ਕਿਵੇਂ ਸ਼ੁਰੂ ਹੋਈ, ਕਿ ਚਾਈਨਾ ਦੇ ਵਿੱਚ ਇਹ ਬਿਮਾਰੀ ਉਹ ਕਿਹੜੇ ਕਾਰਨਾਂ ਦੇ ਕਰਕੇ ਤੇ ਕਿਵੇਂ ਸ਼ੁਰੂ ਹੋਈ। ਤਾਂ ਇਸ ਬਾਰੇ ਜਿਹੜੇ ਸੰਸਾਰ ਭਰ ਦੇ ਸਿਹਤ ਵਿਗਿਆਨੀ ਨੇ ਉਹਨਾਂ ਦੀ ਆਪਸ ਦੇ ਵਿੱਚ ਜਿਹੜੀ ਕੋਈ ਵੀ ਸਹਿਮਤੀ ਨਹੀਂ ਹੋਈ ਤੇ ਇਸ ਬਿਮਾਰੀ ਨੂੰ ਜਿਹੜਾ ਹੈਗਾ ਕਰੋਨਾ ਵਾਇਰਸ ਵੀ ਕਿਹਾ ਜਾਂਦਾ ਹੈ। ਸਾਰੇ ਸੰਸਾਰ ਨੂੰ ਲਪੇਟ ਵਿੱਚ ਲੈਣਾ ਭਾਵ ਕਿ ਇਸ ਬਿਮਾਰੀ ਨੇ ਸਾਰੇ ਸੰਸਾਰ ਨੂੰ ਹੀ ਆਪਣੇ ਲਪੇਟ ਵਿੱਚ ਲਿਆ ਹੋਇਆ ਹੈ ਕਿ ਸੰਸਾਰ ਦਾ ਕੋਈ ਵੀ ਅਜਿਹਾ ਜਿਹੜਾ ਹੈਗਾ ਦੇਸ਼ ਨਹੀਂ ਜਿੱਥੇ ਇਹ ਬਿਮਾਰੀ ਨਾ ਫੈਲੀ ਹੋਵੇ। ਕੋਵਿਡ-19 ਨਾਂ ਦੀ ਇਸ ਬਿਮਾਰੀ ਨੇ ਫਰਵਰੀ 2020 ਤੋਂ ਬਹੁਤ ਤੇਜ਼ੀ ਨਾਲ ਲਗਭਗ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਕਿ ਇਹ ਬਿਮਾਰੀ ਹੈ ਜਿਹੜੀ ਉਹ ਫਰਵਰੀ 2020 ਤੋਂ ਬਹੁਤ ਤੇਜ਼ੀ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਫੈਲ ਗਈ ਅਤੇ ਅਜੋਕੇ ਸਮੇਂ ਵਿੱਚ ਸੰਸਾਰ ਇੱਕ ਪਿੰਡ ਬਣ ਚੁੱਕਾ ਹੈ। ਕਿ ਅੱਜ ਦੇ ਜਿਹੜਾ ਹੈਗਾ ਵਿਗਿਆਨ ਦੇ ਯੁੱਗ ਵਿੱਚ ਜਿਹੜਾ ਸੰਸਾਰ ਹੈ ਪੂਰਾ ਸੰਸਾਰ ਹੈ ਉਹ ਇੱਕ ਪਿੰਡ ਦਾ ਜਿਹੜਾ ਰੂਪ ਹੈ ਉਹ ਧਾਰਨ ਕਰ ਚੁੱਕਾ ਹੈ। ਪਿੰਡ ਦਾ ਰੂਪ ਕਿਵੇਂ ਧਾਰਨ ਕਰ ਚੁੱਕਾ ਹੈ ਕਿ ਸੰਸਾਰ ਭਰ ਦੇ ਜਿਹੜੇ ਲੋਕ ਨੇ ਉਹ ਇੱਕ ਤੋਂ ਦੂਸਰੇ ਦੇਸ਼ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ ਕਿ ਆਉਣਾ ਜਾਣਾ ਜਿਹੜਾ ਹੈ ਉਹ ਆਸਾਨ ਹੋਇਆ ਹੈ। ਤਾਂ ਇਸ ਕਾਰਨ ਜਿਹੜਾ ਸੰਸਾਰ ਦਾ ਕੋਈ ਵਿਰਲਾ ਮਤਲਬ ਕਿ ਕੋਈ ਇਹੀ ਦੇਸ਼ ਹੋਏਗਾ ਜਿਹੜਾ ਇਸ ਬਿਮਾਰੀ ਤੋਂ ਬਚਿਆ ਹੈ, ਨਹੀਂ ਤੇ ਸਾਰੇ ਹੀ ਸੰਸਾਰ ਦੇ ਵਿੱਚ ਇਹ ਬਿਮਾਰੀ ਜਿਹੜੀ ਉਹ ਫੈਲੀ ਹੋਈ ਹੈ। ਮਾਰੂ ਬੁਰੇ ਪ੍ਰਭਾਵ ਤਾਂ ਕੋਵਿਡ-19 ਮਹਾਂਮਾਰੀ ਦੇ ਸੰਸਾਰ ਭਰ ਵਿੱਚ ਬਹੁਤ ਹੀ ਬੁਰੇ ਜਾਂ ਮਾਰੂ ਪ੍ਰਭਾਵ ਪਏ ਹਨ ਕਿ ਇਸ ਦੇ ਜਿਹੜੇ ਬੁਰੇ ਪ੍ਰਭਾਵ ਨੇ ਉਹ ਸਾਰੇ ਸੰਸਾਰ ਦੇ ਵਿੱਚ ਪਏ ਹਨ। ਤਾਂ ਇਸ ਬਿਮਾਰੀ ਦੇ ਕਾਰਨ ਜਿਹੜੇ ਹੈਗੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨੇ ਜਿਹੜੇ ਉਹ ਮਰ ਚੁੱਕੇ ਹਨ ਤੇ ਹਜੇ ਵੀ ਮਰ ਰਹੇ ਹਨ। ਕਿ ਇਸ ਬਿਮਾਰੀ ਦੇ ਬਹੁਤ ਹੀ ਬੁਰੇ ਪ੍ਰਭਾਵ ਜਿਹੜੇ ਉਹ ਸਾਰੇ ਸੰਸਾਰ ਦੇ ਵਿੱਚ ਪਏ ਹਨ। ਤਾਂ ਇਸ ਬਿਮਾਰੀ ਦੇ ਕਾਰਨ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਰਗੇ ਜਿਹੜੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੀਆਂ ਜਿਹੜੀਆਂ ਮੌਤਾਂ ਨੇ ਉਹ ਹੋਈਆਂ ਹਨ। ਤਾਂ ਇਸ ਬਿਮਾਰੀ ਕਾਰਨ ਜਿਹੜਾ ਹੈਗਾ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਸਥਾਨਕ ਕੰਮਾਂ-ਕਾਰਾਂ 'ਤੇ ਵੀ ਬਹੁਤ ਮਾੜਾ ਪ੍ਰਭਾਵ ਪਿਆ ਹੈ। ਕਿ ਇਸ ਬਿਮਾਰੀ ਦੇ ਕਾਰਨ ਜਿਹੜੇ ਲੋਕ ਨੇ ਉਹਨਾਂ ਦੇ ਕੰਮਾਂ-ਕਾਰਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਅੰਤਰਰਾਸ਼ਟਰੀ ਮਤਲਬ ਕਿ ਇੰਟਰਨੈਸ਼ਨਲ ਲੈਵਲ ਦੇ ਉੱਪਰ, ਰਾਸ਼ਟਰੀ ਅਤੇ ਸਥਾਨਕ ਭਾਵ ਕਿ ਇਸ ਦੇ ਨਾਲ ਜਿਹੜਾ ਹੈਗਾ ਆਮ ਲੋਕਾਂ ਦੀ ਜ਼ਿੰਦਗੀ ਉੱਪਰ ਵੀ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਇਸ ਬਿਮਾਰੀ ਨੇ ਜਿਹੜਾ ਹੈਗਾ ਸਿੱਖਿਆ ਨੂੰ ਵੀ ਆਪਣੇ ਜਿਹੜਾ ਹੈਗਾ ਲਪੇਟੇ ਵਿੱਚ ਲਿਆ ਹੈ। ਕਿ ਇਸ ਦੇ ਨਾਲ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਪੜ੍ਹਾਈ ਹੈ ਉਸ ਦਾ ਵੀ ਨੁਕਸਾਨ ਹੈ ਜਿਹੜਾ ਉਹ ਹੋ ਰਿਹਾ ਹੈ। ਤਾਂ ਇਹ ਇਸ ਦਾ ਜਿਹੜਾ ਹੈਗਾ ਮੇਨ ਜਿਹੜੇ ਨੇ ਬੁਰੇ ਪ੍ਰਭਾਵ ਨੇ, ਮੁੱਖ ਬੁਰੇ ਪ੍ਰਭਾਵ ਹਨ। ਤਾਂ ਇਸ ਨਾਲ ਹਰ ਖੇਤਰ ਵਿੱਚ ਵਿਕਾਸ ਜਿਹੜਾ ਉਹ ਬਹੁਤ ਘੱਟ ਗਿਆ ਹੈ। ਕਿ ਇਸ ਬਿਮਾਰੀ ਦੇ ਨਾਲ ਜਿਹੜਾ ਲੋਕਾਂ ਦਾ ਕੰਮ ਕਾਜ ਜਿਹੜਾ ਉਹ ਰੁਕ ਗਿਆ ਹੈ। ਤਾਂ ਇਸ ਦੇ ਨਾਲ ਜਿਸ ਕਾਰਨ ਉਹਨਾਂ ਦਾ ਜਿਹੜਾ ਹੈਗਾ ਵਿਕਾਸ ਉਹ ਵੀ ਘਟ ਗਿਆ ਹੈ। ਅੰਤਰਰਾਸ਼ਟਰੀ ਵਪਾਰ ਤੇ ਆਵਾਜਾਈ ਦੇ ਸਾਧਨ ਲਗਭਗ ਬਹੁਤ ਸਮੇਂ ਲਈ ਹੀ ਬੰਦ ਰਹੇ ਹਨ ਤੇ ਇੰਜ ਹਰ ਪਾਸੇ ਲੋਕਡਾਊਨ ਦੇ ਬੁਰੇ ਪ੍ਰਭਾਵ ਵੀ ਪਏ। ਕਿ ਅੰਤਰਰਾਸ਼ਟਰੀ ਵਪਾਰ ਕਿ ਜਿਹੜੇ ਦੇਸ਼ ਇੱਕ ਦੂਸਰੇ ਦੇਸ਼ਾਂ ਦੇ ਨਾਲ ਜਿਹੜੇ ਵਪਾਰ ਕਰਦੇ ਸਨ ਤਾਂ ਉਹਨਾਂ ਦੇ ਉੱਪਰ ਵੀ ਜਿਹੜਾ ਹੈਗਾ ਇਸ ਚੀਜ਼ ਨੇ ਬੁਰਾ ਪ੍ਰਭਾਵ ਪਾਇਆ ਹੈ ਤੇ ਉਹਨਾਂ ਦਾ ਜਿਹੜਾ ਇਹ ਕਾਰੋਬਾਰ ਹੈ ਉਹ ਬਹੁਤ ਸਮੇਂ ਦੇ ਲਈ ਬੰਦ ਹੋ ਗਿਆ ਸੀ ਤੇ ਹਰ ਪਾਸੇ ਜਿਹੜਾ ਲੋਕਡਾਊਨ ਨੇ ਉਹ ਆਪਣੇ ਬੁਰੇ ਪ੍ਰਭਾਵ ਪਾ ਕੇ ਗਿਆ ਹੈ।
ਕਿ ਇਸ ਦੇ ਨਾਲ ਜਿਹੜੇ ਆਮ ਲੋਕ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਪੈਦਾ ਹੋਈਆਂ ਹਨ। ਖਾਸ ਕਰ ਜਿਹੜੇ ਬੱਚੇ ਨੇ ਉਹਨਾਂ ਦੀ ਜਿਹੜੀ ਹੈਗੀ ਸਿੱਖਿਆ ਦੇ ਉੱਪਰ ਵੀ ਇਸ ਨੇ ਆਪਣਾ ਬੁਰਾ ਪ੍ਰਭਾਵ ਪਾਇਆ ਹੈ। ਤਾਂ ਹੁਣ ਅਸੀਂ ਪੜਾਂਗੇ ਬੱਚੇ ਕਿ ਇਹ ਬਿਮਾਰੀ ਕਿਵੇਂ ਫੈਲਦੀ ਹੈ। ਇਹ ਮਹਾਮਾਰੀ ਜਿਹੜੀ ਇੱਕ ਅਜਿਹੀ ਬਿਮਾਰੀ ਹੈ ਜੋ ਇਸ ਬਿਮਾਰੀ ਤੋਂ ਪੀੜਤ ਵਿਅਕਤੀ ਦੇ ਨੱਕ ਜਾਂ ਮੂੰਹ ਵਿੱਚ ਨਿਕਲਣ ਵਾਲੀਆਂ ਛੋਟੀਆਂ ਬੂੰਦਾਂ ਨਾਲ, ਉਹਨਾਂ ਵਿਅਕਤੀਆਂ ਦੇ ਸੰਪਰਕ 'ਚ ਆਉਣ ਨਾਲ ਜਾਂ ਉਹਨਾਂ ਵਿਅਕਤੀਆਂ ਦੇ ਸੰਪਰਕ ਵਿੱਚ ਰਹੀਆਂ ਵਸਤਾਂ ਦੇ ਸੰਪਰਕ ਰਾਹੀਂ ਬਹੁਤ ਤੇਜ਼ੀ ਨਾਲ ਫੈਲਦੀ ਹੈ। ਕਿ ਜੇਕਰ ਕਿਸੇ ਵਿਅਕਤੀ ਨੂੰ ਜਿਹੜੀ ਹੈਗੀ ਇਹ ਬਿਮਾਰੀ ਹੁੰਦੀ ਹੈ, ਕਰੋਨਾ ਹੋਇਆ ਹੁੰਦਾ ਹੈ, ਤਾਂ ਅਸੀਂ ਜਦੋਂ ਉਸ ਦੇ ਸੰਪਰਕ ਵਿੱਚ ਆਉਂਦੇ ਹਾਂ ਤਾਂ ਜਲਦੀ ਹੀ ਜਿਹੜਾ ਦੂਸਰਾ ਵਿਅਕਤੀ ਹੈ ਉਸ ਨੂੰ ਜਿਹੜੀ ਇਹ ਬਿਮਾਰੀ ਬਹੁਤ ਤੇਜ਼ੀ ਦੇ ਨਾਲ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਤਾਂ ਇਸ ਦੇ ਬਚਾਅ ਤੇ ਇਲਾਜ ਕੀ ਹਨ ਕਿ ਛੂਤ ਜਾਂ ਲਾਗ ਦੀ ਬਿਮਾਰੀ। ਕਿ ਜਿਹੜੀ ਛੂਤ ਜਾਂ ਲਾਗ ਦੀ ਬਿਮਾਰੀ ਦਾ ਮਤਲਬ ਹੈ ਕਿ ਜਿਹੜੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਜਿਹੜਾ ਵਿਅਕਤੀ ਇਸ ਬਿਮਾਰੀ ਨਾਲ ਪੀੜਤ ਹੁੰਦਾ ਹੈ ਉਸ ਦੇ ਦੁਆਰਾ ਕਿਸੇ ਵਸਤੂ ਨੂੰ ਹੱਥ ਲਗਾਇਆ ਗਿਆ ਹੁੰਦਾ ਹੈ ਤਾਂ ਉਸ ਦੇ ਕਾਰਨ ਇਹ ਬਿਮਾਰੀ ਜਿਹੜੀ ਹੈ ਉਹ ਇੱਕ ਤੋਂ ਦੂਸਰੇ ਵਿਅਕਤੀ ਤੱਕ ਫੈਲਦੀ ਹੈ। ਛੂਤ ਦੀ ਬਿਮਾਰੀ ਬੱਚੇ ਹੁੰਦੀ ਹੈ ਜਿਹੜੀ ਇੱਕ ਤੋਂ ਦੂਸਰੇ ਵਿਅਕਤੀ ਦੇ ਵਿੱਚ ਫੈਲੇ। ਤਾਂ ਪੀੜਤ ਵਿਅਕਤੀ ਜਿਹੜਾ ਹੈਗਾ ਹੈ ਇਸ ਦਾ ਇਲਾਜ ਕੀ ਹੈ, ਇਸ ਤੋਂ ਬਚਾਅ ਕੀ ਨੇ ਕਿ ਛੂਤ ਜਾਂ ਲਾਗ ਦੀ ਬਿਮਾਰੀ ਹੋਣ ਕਾਰਨ ਇਸ ਬਿਮਾਰੀ ਤੋਂ ਪੀੜਤ ਵਿਅਕਤੀ ਦੀ ਘੱਟੋ ਘੱਟ ਜਿਹੜੀ ਦੂਰੀ ਹੈ ਉਹ 2 ਗਜ ਦੀ ਹੋਣੀ ਚਾਹੀਦੀ ਹੈ। ਕਿ ਜਿਸ ਵਿਅਕਤੀ ਨੂੰ ਇਹ ਬਿਮਾਰੀ ਹੈ ਉਸ ਤੋਂ ਸਾਨੂੰ ਜਿਹੜੀ ਹੈਗੀ ਆ 2 ਗਜ ਦੀ ਦੂਰੀ ਜਿਹੜੀ ਉਹ ਬਣਾ ਕੇ ਰੱਖਣੀ ਚਾਹੀਦੀ ਹੈ। ਤੇ ਬਿਮਾਰੀ ਤੋਂ ਪੀੜਤ ਵਿਅਕਤੀ ਹੈ ਜਿਹੜਾ ਉਸ ਨੂੰ 14 ਦਿਨਾਂ ਦਾ ਇਕਾਂਤਵਾਸ ਜਿਹੜਾ ਉਹਦੇ ਵਿੱਚ ਰੱਖਣਾ ਚਾਹੀਦਾ ਹੈ। ਭਾਵ ਕਿ ਉਸ ਵਿਅਕਤੀ ਨੂੰ 14 ਦਿਨ ਜਿਹੜੇ ਹੈਗੇ ਆ ਇਕੱਲੇ ਜਿਹੜਾ ਉਹ ਰਹਿਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਜਿਹੜੇ ਆਪਣੇ ਹੱਥ ਨੇ ਉਹ ਸੈਨੀਟਾਈਜ਼ਰ ਨਾਲ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਸੈਨੀਟਾਈਜ਼ ਕਰਨੇ ਚਾਹੀਦੇ ਹਨ। ਪੂਰੀ ਤਰ੍ਹਾਂ ਸਮੇਂ ਸਿਰ ਜਿਹੜੇ ਹੈਗੇ ਆ ਹੱਥ ਆਪਣੇ ਧੋਂਦੇ ਰਹਿਣਾ ਚਾਹੀਦਾ ਹੈ। ਘਰੋਂ ਬਾਹਰ ਜਾਣ ਸਮੇਂ ਜਿਹੜਾ ਮਾਸਕ ਹੈ ਉਹ ਠੀਕ ਤਰ੍ਹਾਂ ਨਾਲ ਲਗਾਉਣਾ ਚਾਹੀਦਾ ਹੈ। ਤੇ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭਾਵ ਕਿ ਜਿੱਥੇ ਜ਼ਿਆਦਾ ਭੀੜ ਭਾੜ ਹੋਵੇ ਉਸ ਇਲਾਕੇ ਦੇ ਵਿੱਚ ਜਾਣ ਤੋਂ ਜਿਹੜਾ ਹੈ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਸਾਰਾਂਸ਼ ਕਿ ਕੋਵਿਡ-19 ਇੱਕ ਵੈਸ਼ਵਿਕ ਮਹਾਮਾਰੀ ਹੈ ਕਿ ਇਹ ਇੱਕ ਪੂਰੇ ਸੰਸਾਰ ਦੇ ਵਿੱਚ ਫੈਲੀ ਹੋਈ ਬਿਮਾਰੀ ਹੈ। ਸੰਸਾਰ ਭਰ ਵਿੱਚ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਬਿਮਾਰੀ ਦਾ ਸ਼ਿਕਾਰ ਹੋਏ ਹਨ ਤੇ ਲੱਖਾਂ ਨੇ ਆਪਣੀ ਜਾਨ ਗਵਾਈ ਹੈ। ਤਾਂ ਇਸ ਮਹਾਮਾਰੀ ਦੇ ਕਾਰਨ ਸੰਸਾਰ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਆਰਥਿਕ ਸਥਿਤੀ 'ਤੇ ਜਿਹੜਾ ਹੈਗਾ ਬੁਰਾ ਪ੍ਰਭਾਵ ਪਿਆ। ਕਿ ਇਸ ਮਹਾਮਾਰੀ ਦੇ ਕਾਰਨ ਸੰਸਾਰ ਦੇ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਹੈਗੀ ਆ ਫਾਈਨੈਂਸ਼ੀਅਲ ਕੰਡੀਸ਼ਨ ਉਹ ਜਿਹੜੀ ਹੈਗੀ ਆ ਉਸ 'ਤੇ ਇਸ ਨੇ ਬੁਰਾ ਪ੍ਰਭਾਵ ਪਾਇਆ ਹੈ ਤੇ ਮਨੁੱਖੀ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹ ਪੈਦਾ ਕੀਤੀਆਂ ਹਨ। ਭਾਵ ਕਿ ਲੋਕ ਜਿਹੜੇ ਨੇ ਉਹਨਾਂ ਦੇ ਕਾਰੋਬਾਰ ਦੇ ਵਿੱਚ, ਉਹਨਾਂ ਦੇ ਕੰਮਕਾਜ ਦੇ ਵਿੱਚ ਇਸ ਚੀਜ਼ ਨੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ। ਤਾਂ ਸਾਨੂੰ ਜਿਹੜਾ ਹੈਗਾ ਏ ਬਹੁਤ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪਿਆ। ਕਰੋਨਾ ਵੈਕਸੀਨ ਦੇ ਉਪਲਬਧ ਹੋਣ ਤੱਕ ਸਾਨੂੰ ਆਪਣੇ ਆਪ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿ ਜਦੋਂ ਤੱਕ ਇਸ ਬਿਮਾਰੀ ਦੀ ਜਿਹੜੀ ਵੈਕਸੀਨ ਹੈ ਉਹ ਉਪਲਬਧ ਨਹੀਂ ਹੁੰਦੀ ਉਦੋਂ ਤੱਕ ਸਾਨੂੰ ਇਸ ਬਿਮਾਰੀ ਤੋਂ ਬਚਣ ਦੇ ਲਈ ਆਪਣੇ ਆਪ ਹੀ ਕੋਸ਼ਿਸ਼ ਹੈ ਜਿਹੜੀ ਉਹ ਕਰਨੀ ਪਏਗੀ। ਤਾਂ ਮੈਂ ਉਮੀਦ ਕਰਦੀ ਹਾਂ ਬੱਚੇ ਕਿ ਤੁਹਾਨੂੰ ਇਸ ਲੇਖ ਦੀ ਜਿਹੜੀ ਸਮਝ ਆ ਗਈ ਹੋਵੇਗੀ। ਧੰਨਵਾਦ।